ਉਮਰ ਅਨੁਭਵ ਦਿੰਦੀ ਹੈ, ਪਰ ਬਹਾਦਰੀ ਅਤੇ ਦਲੇਰੀ ਉਮਰ ਦੀਆਂ ਹੱਦਾਂ ਤੋਂ ਬਾਹਰ ਹੁੰਦੀ ਹੈ। ਇਹ ਗੱਲ ਮੁਰੈਨਾ ਦੇ ਰਹਿਣ ਵਾਲੇ ਆਦਰਿਕਾ ਅਤੇ ਉਸ ਦੇ ਭਰਾ ਕਾਰਤਿਕ ਨੇ ਸਾਬਤ ਕਰ ਦਿੱਤੀ ਹੈ। 10 ਸਾਲ ਦੀ ਉਮਰ ਵਿੱਚ ਜਦੋਂ ਬੱਚੇ ਖੇਡਣ ਕੁੱਦਣ ਵਿੱਚ ਰੁੱਝੇ ਹੁੰਦੇ ਹਨ, ਉਦੋਂ ਆਦਰਿਕਾ ਅਤੇ ਕਾਰਤਿਕ ਨੇ ਲੋਕਾਂ ਦੇ ਦਰਦ ਨੂੰ ਮਹਿਸੂਸ ਕੀਤਾ। ਉਹਨਾਂ ਨੇ ਸਮਾਜ ਸੇਵਾ ਅਤੇ ਹਿੰਮਤ ਦੀ ਮਿਸਾਲ ਕਾਇਮ ਕੀਤੀ, ਜਿਸ ਲਈ 2019 ਵਿੱਚ ਰਾਸ਼ਟਰਪਤੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਉਹਨਾਂ ਨੂੰ ਬਹਾਦਰੀ ਅਤੇ ਸਮਾਜ ਸੇਵਾ ਲਈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ 2 ਅਪ੍ਰੈਲ 2018 ਦਾ ਦਿਨ ਸੀ। ਗਵਾਲੀਅਰ ਚੰਬਲ ਖੇਤਰ ਵਿੱਚ ਦਲਿਤ ਅੰਦੋਲਨ ਦੀ ਹਿੰਸਾ ਭੜਕ ਰਹੀ ਸੀ। ਮੁਰੈਨਾ ਜ਼ਿਲ੍ਹੇ ਵਿੱਚ ਵੀ ਹਿੰਸਾ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਸੀ। ਲੋਕ ਡਰ ਦੇ ਮਾਰੇ ਘਰਾਂ ਵਿੱਚ ਕੈਦ ਹੋ ਗਏ ਸਨ, ਜਿੱਥੇ ਬਦਮਾਸ਼ਾਂ ਦੀ ਭੀੜ ਹਿੰਸਾ ਅਤੇ ਕਤਲੇਆਮ ਕਰਨ ਲਈ ਤਿਆਰ ਸੀ। ਕਈ ਥਾਵਾਂ ਤੇ ਪੱਥਰਬਾਜ਼ੀ ਹੋ ਰਹੀ ਸੀ। ਅੰਦੋਲਨਕਾਰੀਆਂ ਨੇ ਰੇਲਵੇ ਟਰੈਕ ਤੇ ਕਬਜ਼ਾ ਕਰ ਲਿਆ ਸੀ। ਕਈ ਟ੍ਰੇਨਾਂ ਰੇਲਵੇ ਸਟੇਸ਼ਨ ਤੇ ਰੁਕੀਆਂ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਫਸੇ ਹੋਏ ਸਨ। ਹਜ਼ਾਰਾਂ ਯਾਤਰੀ ਭੁੱਖ ਪਿਆਸ ਨਾਲ ਤੜਫ ਰਹੇ ਸਨ। 10 ਸਾਲ ਦੀ ਆਦਰਿਕਾ ਅਤੇ ਉਸ ਦਾ ਭਰਾ ਕਾਰਤਿਕ ਆਪਣੇ ਘਰ ਟੀਵੀ ਤੇ ਇਹ ਸਭ ਦੇਖ ਅਤੇ ਸੁਣ ਰਹੇ ਸਨ। ਉਹਨਾਂ ਦਾ ਘਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸੀ। ਭੈਣ ਆਦਰਿਕਾ ਨੇ ਭਰਾ ਕਾਰਤਿਕ ਨੂੰ ਕਿਹਾ, ਸਾਨੂੰ ਇਹਨਾਂ ਲਈ ਕੁਝ ਕਰਨਾ ਚਾਹੀਦਾ ਹੈ, ਕਿਉਂਕਿ ਟ੍ਰੇਨ 'ਚ ਫਸੇ ਲੋਕ ਭੁੱਖ ਪਿਆਸ ਨਾਲ ਜੂਝ ਰਹੇ ਹਨ। ਫਿਰ ਦੋਹਾਂ ਨੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ। ਦੋਵੇਂ ਭੈਣ ਭਰਾ ਘਰੋਂ ਹੀ ਖਾਣ ਪੀਣ ਦਾ ਸਮਾਨ ਇਕੱਠਾ ਕਰਕੇ ਰੇਲਵੇ ਸਟੇਸ਼ਨ ਵੱਲ ਤੁਰ ਪਏ। ਜਦੋਂ ਦੋਵੇਂ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ, ਇੱਥੋਂ ਚਲੇ ਜਾਓ, ਤੁਹਾਡੀ ਜਾਨ ਨੂੰ ਖਤਰਾ ਹੈ। ਪਰ ਆਦਰਿਕਾ ਅਤੇ ਕਾਰਤਿਕ ਦੁਖੀ ਲੋਕਾਂ ਦੀ ਮਦਦ ਕਰਨ ਲਈ ਦ੍ਰਿੜ ਸਨ। ਦੋਵੇਂ ਕਿਸੇ ਤਰ੍ਹਾਂ ਵੱਖ-ਵੱਖ ਰੂਟਾਂ ਰਾਹੀਂ ਰੇਲ ਗੱਡੀ ਤੱਕ ਪਹੁੰਚ ਗਏ। ਆਦਰਿਕਾ ਨੇ ਦੱਸਿਆ ਕਿ ਅਸੀਂ ਵੀ ਡਰੇ ਹੋਏ ਸੀ, ਪਰ ਫਿਰ ਸੋਚਿਆ ਕਿ ਜੇਕਰ ਅਸੀਂ ਕੁਝ ਗਲਤ ਨਹੀਂ ਕਰ ਰਹੇ ਤਾਂ ਡਰਨ ਦੀ ਕੀ ਗੱਲ ਹੈ। ਟ੍ਰੇਨ 'ਚ ਫਸੇ ਯਾਤਰੀ ਬੁਰੀ ਤਰ੍ਹਾਂ ਡਰੇ ਹੋਏ ਸਨ। ਸ਼ੁਰੂਆਤ 'ਚ ਉਹਨਾਂ ਨੇ ਕੋਚ ਦਾ ਦਰਵਾਜ਼ਾ ਵੀ ਨਹੀਂ ਖੋਲ੍ਹਿਆ, ਪਰ ਜਦੋਂ ਉਹਨਾਂ ਨੇ ਦੇਖਿਆ ਕਿ 2 ਛੋਟੇ ਬੱਚੇ ਕੁਝ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਆਏ ਸਨ ਤਾਂ ਉਹਨਾਂ ਦੀ ਜਾਨ ਵਿੱਚ ਜਾਨ ਆ ਗਈ। ਉਹ ਜੋ ਵੀ ਸਮਾਨ ਘਰੋਂ ਲੈ ਕੇ ਆਏ ਸਨ, ਉਹ ਸਵਾਰੀਆਂ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਆਦਰਿਕਾ ਅਤੇ ਕਾਰਤਿਕ ਦੀ ਮਾਂ ਵੀ ਉਹਨਾਂ ਨੂੰ ਲੱਭਦੀ ਹੋਈ ਉੱਥੇ ਪਹੁੰਚ ਗਈ। ਦੋਵਾਂ ਨੂੰ ਉੱਥੇ ਚਲੇ ਜਾਣ ਲਈ ਕਿਹਾ ਗਿਆ, ਪਰ ਬੱਚਿਆਂ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਸਗੋਂ ਆਪਣੇ ਪਿਤਾ ਨੂੰ ਕਿਹਾ ਕਿ ਘਰ ਵਿੱਚ ਜੋ ਵੀ ਖਾਣ ਪੀਣ ਦਾ ਸਮਾਨ ਹੈ, ਉਹ ਸਭ ਲੈ ਕੇ ਆਓ। ਅਸੀਂ ਉਹਨਾਂ ਨੂੰ ਭੁੱਖੇ ਅਤੇ ਪਿਆਸੇ ਤੜਫਦੇ ਨਹੀਂ ਵੇਖ ਸਕਦੇ ਤੇ ਨਾ ਹੀ ਇੱਥੋਂ ਛੱਡ ਕੇ ਜਾ ਸਕਦੇ ਹਾਂ। ਪਿਤਾ ਨੂੰ ਵੀ ਬੱਚਿਆਂ ਦੀ ਗੱਲ ਮੰਨਣੀ ਪਈ। ਉਹ ਘਰ ਗਏ ਅਤੇ ਖਾਣ ਪੀਣ ਦਾ ਸਮਾਨ ਇਕੱਠਾ ਕੀਤਾ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਦੁਬਾਰਾ स्टेशन पे पहुंच गए। जो पुलिस ऑफिसर्स थे उन लोगों ने रोका क्योंकि हम छोटे बच्चे थे, लेकिन हम लोगों ने उनको रिक्वेस्ट की कि हम कोई हेल्प करने जा रहे हैं, तो उन लोगों ने हमको अलाउ कर दिया। और फिर हम लोग वहाँ पे पहुँचते हैं और देखा कि जो पैसेंजर्स हैं वो बहुत ज़्यादा डरे हुए हैं और वो विंडोज़ तक खोलने को तैयार नहीं थे। लेकिन फिर उन्होंने थोड़ा थोड़ा करके खोला और हमसे जो सामान था वो लिया खाने पीने का। फिर जब उनको हम पे ट्रस्ट हो गया, फिर उन्होंने अपने दरवाजे खोले और फिर हम लोगों ने अंदर जाके सारा खाना डिस्ट्रीब्यूट किया। मेडिकल हेल्प थी, मेडिकल हेल्प भी प्रोवाइड करी, पानी भी दिया जो कि उनके पास कुछ नहीं था। और साथ में न्यूज़ भी चल रही थी कि ना उनकी पूरी खाने की जो ट्रंक है वो खाली हो गई है और वो भूखे हैं कितने टाइम से, क्योंकि ट्रेन रुकी पड़ी है, पटरी टूटी हुई है। तो उसने मुझसे कहा कि चलो हम चलते हैं, कुछ कोशिश करते हैं कि शायद हमसे कुछ मदद हो जाए, किसी अनजाने में हम मदद कर दें। तो हमारी जैसे कि जॉइंट फैमिली है, तो हमने पूरा सामान जो होता है, पैकेट्स, टेट्रा पैकेट्स, फर्स्ट एड किट्स, वाटर बोटल्स और जो खाने की रोटी पूड़ियाँ बनती हैं, सब्जी, इन सबको हमने इकट्ठा करके बैग में रख के गए थे। और जो दंगे हो रहे थे तो उनके बीच हम पुलिस के बीच से निकल के और फिर ट्रेन में और फिर उनको सामान दिया था। शुरुआत में वो गेट नहीं खोल रहे थे क्योंकि उनको डर था कि कहीं कोई दंगा वाला भी नहीं आ रहा साथ में। ਆਦਰਿਕਾ ਅਤੇ ਕਾਰਤਿਕ ਦੇ ਪਿਤਾ ਅਕਸ਼ਤ ਗੋਇਲ ਨੇ ਦੱਸਿਆ ਕਿ ਅਸੀਂ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੇ ਜਦੋਂ ਦੋਵੇਂ ਬੱਚੇ ਬਿਨਾਂ ਦੱਸੇ ਸਟੇਸ਼ਨ ਤੇ ਚਲੇ ਗਏ ਸਨ। ਆਲੇ ਦੁਆਲੇ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਬੱਚੇ ਸਟੇਸ਼ਨ ਵੱਲ ਚਲੇ ਗਏ ਹਨ। ਫਿਰ ਅਸੀਂ ਵੀ ਸਟੇਸ਼ਨ ਵੱਲ ਭੱਜੇ ਅਤੇ ਦੇਖਿਆ ਕਿ ਦੋਵੇਂ ਬੱਚੇ ਵੱਖ-ਵੱਖ ਡੱਬਿਆਂ 'ਚ ਸਵਾਰੀਆਂ ਨੂੰ ਖਾਣ ਪੀਣ ਦਾ ਸਮਾਨ ਦੇ ਰਹੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤਾਂ ਘਰ ਚੱਲੋ, ਤਾਂ ਆਦਰਿਕਾ ਤੇ ਕਾਰਤਿਕ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਪਾਪਾ
ਘਰ ਵਿੱਚ ਜੋ ਵੀ ਖਾਣ ਪੀਣ ਦਾ ਸਮਾਨ ਹੈ ਉਹ ਸਭ ਲੈ ਕੇ ਆਓ। ਫਿਰ ਸਾਨੂੰ ਵੀ ਲੱਗਾ ਕਿ ਦੋਵੇਂ ਬੱਚੇ ਨੇਕ ਕੰਮ ਕਰ ਰਹੇ ਹਨ, ਇਸ ਲਈ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਜਦੋਂ ਅੰਦੋਲਨ ਦੀ ਅੱਗ ਠੰਡੀ ਹੋਈ ਤਾਂ ਲੋਕਾਂ ਨੂੰ ਆਦਰਿਕਾ ਅਤੇ ਉਸ ਦੇ ਭਰਾ ਕਾਰਤਿਕ ਬਾਰੇ पता लगा। अलाउ करने पे इन्होंने जब वहाँ पे ये जो काम किया था, काम करने के बाद में मेरे पास प्रशासन के ही आदमियों को कई लोग भागे भागे आए थे कि तुम्हारे बच्चे स्टेशन पे ऐसी कंडीशन में देखे गए हैं। मैं जल्दी भाग कर गया तो वहाँ पे देखा था कि एक बच्चा एक ट्रेन की बोगी में कर रहा है, दूसरा बच्चा उसी ट्रेन की दूसरी बोगी में है। तो फिर कैसे भी करके इनको जब मैंने डांट लगाई कि बिना कहीं कैसे आ गए, आना था तो हमारे साथ आना था, तो इन्होंने ये वाली चीज़ बोली कि नहीं पापा हमें नहीं पता, आप और सामान लेके आइए। और सामान लेके आने के बाद में जब दुकानें वगैरह सब बंद थी तो गोडाउन वगैरह से हमने संतरे की पेटी, केले वगैरह, ये जो भी चीज़ होती हैं, पानी के पाउच वगैरह, ये सब कलेक्ट करे। इनकी चूंकि इच्छा थी, बच्चों को मैंने कभी भी डिमोटिवेट शुरू से ही नहीं किया। ਉਹਨਾਂ ਦੀ ਹਿੰਮਤ ਅਤੇ ਸੇਵਾ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਸੀ। ਕਈ ਥਾਵਾਂ ਤੇ ਲੋਕ ਉਹਨਾਂ ਦਾ ਸਤਿਕਾਰ ਕਰ ਰਹੇ ਸਨ। ਹੌਲੀ-ਹੌਲੀ ਉਹਨਾਂ ਦੀ ਚਰਚਾ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਈ। 24 ਜਨਵਰੀ 2019 ਨੂੰ ਉਹਨਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਸਮਾਜ ਸੇਵਾ ਲਈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ 26 ਜਨਵਰੀ ਦੀ ਵਿਸ਼ੇਸ਼ ਪਰੇਡ ਵਿੱਚ ਸ਼ਾਮਿਲ ਹੋਏ ਸਨ। 10 ਸਾਲਾ ਆਦਰਿਕਾ ਅਤੇ ਉਸ ਦੇ ਭਰਾ ਕਾਰਤਿਕ ਦੀ ਬਹਾਦਰੀ ਅਤੇ ਸਮਾਜ ਸੇਵਾ ਦੀਆਂ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਸਨ। ਮੁੱਖ ਮੰਤਰੀ, ਰੱਖਿਆ ਮੰਤਰੀ, ਇੱਥੋਂ ਤੱਕ ਕਿ ਬਾਲੀਵੁੱਡ ਦੇ ਕਈ ਫਿਲਮੀ ਕਲਾਕਾਰ ਵੀ ਭੈਣ ਭਰਾ ਨੂੰ ਸਨਮਾਨਿਤ ਕਰ ਚੁੱਕੇ ਹਨ। ਉਹਨਾਂ ਦਾ ਨਾਂ ਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੋ ਚੁੱਕਾ ਹੈ। ਆਦਰਿਕਾ ਦੀ ਚਰਚਾ 7 ਸਮੁੰਦਰੋਂ ਪਾਰ ਵੀ ਹੋ ਰਹੀ ਹੈ। ਉਹਨਾਂ ਨੂੰ ਲੰਡਨ ਵਿੱਚ ਰਾਜਕੁਮਾਰੀ ਡਾਇਨਾ ਦੀ ਯਾਦ ਵਿੱਚ ਸਟੈਂਡਿੰਗ ਹੀਰੋ ਫਰਮ ਇੰਡੀਆ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਆਦਰਿਕਾ ਸ਼ੁਰੂ ਤੋਂ ਹੀ ਦਲੇਰ ਰਹੀ ਸੀ। ਜਦੋਂ ਉਹ 3 ਸਾਲ ਦੀ ਸੀ ਤਾਂ ਇੱਕ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਸੜ ਗਈਆਂ ਸਨ। ਇਸ ਘਟਨਾ 'ਚ ਆਦਰਿਕਾ ਦੀ ਮਾਂ ਵੀ 60% ਝੁਲਸ ਗਈ ਸੀ। ਆਲੇ ਦੁਆਲੇ ਦੇ ਲੋਕ ਹੌਸਲਾ ਦੇਣ ਦੀ ਬਜਾਏ ਤਰਸ ਕਰਨ ਲੱਗ ਪਏ। ਕੁਝ ਲੋਕਾਂ ਨੇ ਕਿਹਾ ਕਿ ਹੁਣ ਇਹ ਲੜਕੀ ਕਦੇ ਵੀ ਸਧਾਰਨ ਜ਼ਿੰਦਗੀ ਨਹੀਂ ਜੀ ਸਕੇਗੀ। ਫਿਰ ਆਦਰਿਕਾ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਮ ਜ਼ਿੰਦਗੀ ਨਹੀਂ ਸਗੋਂ ਅਸਧਾਰਨ ਜ਼ਿੰਦਗੀ ਜੀਣੀ ਹੈ। ਇਸ ਤੋਂ ਬਾਅਦ ਆਦਰਿਕਾ ਨੇ ਤਾਈ ਕਮਾਂਡੋ ਦੀ ਸਿਖਲਾਈ ਲੈਣੀ शुरू कर दी थी। मेरे दोनों पैर जल गए थे। उसके बाद मेरी मदर जो है वो दिल्ली एडमिट थी क्योंकि वो भी लगभग 60% बर्न हो गई थी। तो जब मेरे पेरेंट्स 2 महीने बाद घर पे आते हैं तो कई लोग उससे पहले मुझसे बोल रहे थे कि ये तो नॉर्मल लाइफ नहीं जी सकती क्योंकि मेरे पैर जल गए थे तो चलना मुश्किल था। लेकिन फिर उसके बाद मैंने जब मम्मी पापा से पूछा कि नॉर्मल लाइफ क्या होती है तो पापा ने बताया कि सही कह रहे हैं वो, नॉर्मल लाइफ नहीं जीना है अब हमको एक्स्ट्रा नॉर्मल लाइफ जीनी है, एक्स्ट्रा ऑर्डिनरी लाइफ जीनी है। ਆਪਣੇ ਆਤਮ ਵਿਸ਼ਵਾਸ ਅਤੇ ਜਨੂਨ ਨਾਲ ਆਦਰਿਕਾ ਆਪਣੇ ਪੈਰਾਂ ਤੇ ਵਾਪਸ ਖੜੀ ਹੋ ਗਈ। ਆਦਰਿਕਾ ਨੇ 7 ਸਾਲ 11 ਮਹੀਨੇ ਦੀ ਉਮਰ ਵਿੱਚ ਬਲੈਕ ਬੈਲਟ ਹਾਸਲ ਕੀਤੀ। ਹੁਣ ਉਹ ਸਵੈ ਰੱਖਿਆ ਲਈ ਦੂਜਿਆਂ ਨੂੰ ਪ੍ਰੇਰਿਤ ਕਰ ਰਹੀ ਹੈ। ਹੁਣ ਤੱਕ ਉਹ ਲਗਭਗ 10,000 ਸਕੂਲੀ ਬੱਚਿਆਂ ਨੂੰ ਸਵੈ ਰੱਖਿਆ ਦੀ ਸਿਖਲਾਈ ਦੇ ਚੁੱਕੀ ਹੈ। ਆਦਰਿਕਾ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦਾ ਬ੍ਰਾਂਡ ਐਂਬੈਸਡਰ ਵੀ ਬਣਾਇਆ ਗਿਆ ਸੀ। ਆਦਰਿਕਾ ਦੀ ਕਾਮਯਾਬੀ ਹੋਰ ਵੀ ਖਾਸ ਹੋ ਜਾਂਦੀ ਹੈ ਕਿਉਂਕਿ ਉਹ ਅਜਿਹੇ ਸ਼ਹਿਰ ਅਤੇ ਖੇਤਰ ਤੋਂ ਆਉਂਦੀ ਹੈ ਜਿੱਥੇ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ਬਹੁਤ ਤੰਗ ਹੈ। ਅਜਿਹੀ ਸਥਿਤੀ ਵਿੱਚ ਆਦਰਿਕਾ ਦੀ ਇੱਛਾ ਸ਼ਕਤੀ ਅਤੇ ਮਜ਼ਬੂਤ ਇਰਾਦੇ ਇਲਾਕੇ ਦੀਆਂ ਲੜਕੀਆਂ ਨੂੰ ਪ੍ਰੇਰਿਤ ਕਰਦੇ ਹਨ। ਅਨਿਲ ਗੋਇਲ, ETV ਭਾਰਤ, ਗਵਾਲੀਅਰ।